ऑनरेबल भगवंत मान सर ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਔਰ ਤੁਹਾਨੂੰ ਕਲੀਅਰ ਮੈਜੋਰਿਟੀ 'ਚ ਲੈ ਕੇ ਆਏ ਹਾਂ ਇਨ ਐਵਰੀ ਸ਼ੇਪ ਬਟ ਕੀ ਇਦਾਂ ਦਾ ਧੱਕਾ ਸਾਡੇ ਨਾਲ ਜਿਹੜਾ ਇਹ ਹੋਇਆ ਹੈ ਕੀ ਇਹ ਸਹੀ ਹੈ ਜਿਹੜੇ ਮੇਰੇ ਕੀ ਯਾਰ ਦੋਸਤ ਮਿੱਤਰਾਂ ਦੇ ਪੂਰੇ ਪੰਜਾਬ ਇੰਗਲੈਂਡ ਕੈਨੇਡਾ ਤੋਂ ਫੋਨ ਆ ਰਹੇ ਨੇ ਕਿ ਤੁਸੀਂ ਸਾਰੇ ਸੇਫ ਹੋ ਜਿੰਨਾ ਵੀ ਇੱਥੇ ਯੂਥ ਹੈ ਇੱਕੋ ਗੱਲ ਦੇ ਵਿੱਚ ਇੱਕੋ ਹੀ ਗੱਲ ਬਾਰ-ਬਾਰ ਕਹਿ ਰਿਹਾ ਯਾਰ ਅਸੀਂ ਨਹੀਂ ਇੱਥੇ ਸੇਫ ਲੱਗ ਰਹੇ ਜ਼ਰੂਰ ਤੁਸੀਂ ਚੰਗੇ ਕੰਮ ਕਰ ਰਹੇ ਹੋ दैनिक सवेरा देख रहे हो तुसी तो मैं हिम्मत सिंह दिगपाल। पंजाब की नौजवानी बाहरले देशों को कूच लगातार कर रही है। वड्डी गिनती के विच नौजवान ने जिहड़े कि बाहरले मुल्कों के वल उन्हां दा रुख है जिहड़ा कि कीता होया है। तो जो पंजाब दे विच आम आदमी पार्टी की सरकार बनती है तो सीएम भगवंत मान दे वल्लों एक वड्डा बयान दिता जाता है कि असीं नौजवानी नूं बाहर जाण तो रोकना है तो जिहड़े बाहर बैठे नौजवान ने उन्हां नूं भी वापस जिहड़ा कि पंजाब लियावांगे तां जो पंजाब दे विच अपने कारोबार अते बिजनेस जिहड़े ने रन कर सकन तां होर लोकां नूं भी जिहड़े कि नौकरियां ने जां रोज़गार ने वो दे सकन। पर एक नौजवान ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਇੰਗਲੈਂਡ ਤੋਂ ਸਟੱਡੀ ਕਰਕੇ ਆਏ ਨੇ ਤਾਂ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਰਨ ਕਰ ਰਹੇ ਨੇ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਹੀ ਗੰਭੀਰ ਇਲਜ਼ਾਮ ਲਗਾ ਰਹੇ ਨੇ। ਗੱਲਬਾਤ ਕਰ ਲੈਂਦੇ ਆ ਬਹੁਤ ਸਾਰੇ ਸਵਾਲ ਨੇ। ਬਾਈ ਜੀ ਕਿਹੜੀ ਜਗ੍ਹਾ ਤੋਂ ਪੜ੍ਹ ਕੇ ਤੁਸੀਂ ਆਏ ਹੋ ਪਹਿਲਾਂ? ਮੇਰਾ ਨਾਮ ਰੋਹਿਤ ਪੁਨਿਆਨੀ ਹੈ ਜੀ ਤੇ ਮੈਂ ਸ਼੍ਰੀ ਗੁਲਸ਼ਨ ਕੁਮਾਰ ਜੀ ਦਾ ਬੇਟਾ ਜੀ ਜਿਹੜੇ ਕਿ ਸੰਨ 86 ਤੋਂ ਅਸੀਂ ਇੱਕ ਰੀਅਲ ਏਸਟੇਟ ਦੇ ਕਾਰੋਬਾਰ ਨੂੰ ਕਰਦੇ ਆ ਰਹੇ ਹਾਂ ਔਰ ਆਪਣੀ ਇਮਾਨਦਾਰੀ ਦੇ ਨਾਲ और एडवांस टैक्सिस की शेप दे विच सरकार नूं भर के असीं टैक्सिस दे रहे हैं। और मैं तुहाडी गल ही पूरी करदा कि बिल्कुल जी मैं इंग्लैंड तो पढ़ के आया जी तो मेरी स्कूलिंग लॉरेंस स्कूल सनार तो हुई है और उस तो बाद मैं चले गया सी इंग्लैंड और मैं अपने फादर साहब का जिहड़ा एक जज्बा सीगा जिहड़े कि गरीब परिवारां नूं असीं घर बनवा के जिहड़े दे रहे हैं जिहड़ा कि 20 ईयर्स 30 ईयर्स की लोन फैसिलिटी असीं लोगों नूं प्रोवाइड करके दे रहे हैं मैं नहीं किते देखिया सीगा। और इसी जज्बे नूं देखते हुए मैं भी एक अपने च एक जज्बा रखा है कि जे मेरे फादर साहब इस गल नूं कर रहे हो मैनूं इस गल दा मान है फकर है तो मैं भी फैसिलिटेट करा आके। बट जिहड़ा ये वाकया मेरे नाल होया सर ऑनरेबल भगवंत मान सर असीं तुहाडा बहुत सत्कार करते हैं और तुहानूं क्लीयर मैजोरिटी च लैके आए हैं इन एवरी शेप बट की इदां दा धक्का साडे नाल जिहड़ा ये होया है कि ये सही है? तुहाडे MLA साहब दा एक परसनल इंटरस्ट साडी एक टाउनशिप दे विच बन जांदा है जिहड़ी कि पापरा एक्ट 1995 के अधीन ਅਤੇ ਜਿੰਨੀਆਂ ਵੀ ਸਰਕਾਰ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅਸੀਂ ਇਸ ਕਾਲੋਨੀ ਦਾ ਨਿਰਮਾਣ ਕੀਤਾ ਜਾਂ ਇਸ ਕਾਲੋਨੀ ਦੇ ਵਿੱਚ ਜਿਹੜੇ ਪਲਾਟਾਂ ਦੀ ਲਈ ਵੇਚੀ ਕੀਤੀ ਹੈ। ਕੀ ਸਾਡਾ ਗੁਨਾਹ ਹੈ? ਕਿਉਂ ਇੱਥੇ ਦਾ ਜਿਹੜਾ ਯੂਥ ਹੈ ਜਦ ਦਾ ਇਹ ਵਾਕਿਆ ਹੋਇਆ ਅੱਜ ਮੇਰੀ ਇਹ ਸੈਕੰਡ ਪ੍ਰੈਸ ਕਾਨਫਰੰਸ ਹੈ ਭਰ ਕੇ ਯੂਥ ਜਿਹੜੇ ਮੇਰੇ ਕੀ ਯਾਰ ਦੋਸਤ ਮਿੱਤਰਾਂ ਦੇ ਪੂਰੇ ਪੰਜਾਬ ਇੰਗਲੈਂਡ ਕੈਨੇਡਾ ਤੋਂ ਫੋਨ ਆ ਰਹੇ ਨੇ ਕਿ ਤੁਸੀਂ ਸਾਰੇ ਸੇਫ ਹੋ ਜਿੰਨਾ ਵੀ ਇੱਥੇ ਯੂਥ ਹੈ ਇੱਕੋ ਗੱਲ ਦੇ ਵਿੱਚ ਇੱਕੋ ਹੀ ਗੱਲ ਬਾਰ-ਬਾਰ ਕਹਿ ਰਿਹਾ ਯਾਰ ਅਸੀਂ ਨਹੀਂ ਇੱਥੇ ਸੇਫ ਲੱਗ ਰਹੇ ਜ਼ਰੂਰ ਤੁਸੀਂ ਚੰਗੇ ਕੰਮ ਕਰ ਰਹੇ ਹੋ ਜ਼ਰੂਰ ਤੁਸੀਂ ਲੋਕਾਂ ਦੇ ਵਿੱਚ ਇੱਕ ਬਦਲਾਵ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਸਹੀ ਹੈ ਜੋ ਸਾਡੇ ਨਾਲ ਹੋਇਆ ਅਸੀਂ ਕੀ ਗੁਨਾਹ ਕੀਤਾ ਹੈ? ਸਾਡਾ ਗੁਨਾਹ ਇਹ ਹੈ ਕਿ ਅਸੀਂ ਗਰੀਬ ਪਰਿਵਾਰਾਂ ਨੂੰ ਲੋਨ ਲੈ ਕੇ ਦੇ ਕੇ ਉਹਨਾਂ ਦੇ ਘਰ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਾਂ ਕਿ ਸਾਡਾ ਇਹ ਕਸੂਰ ਹੈ ਗਰੀਬ ਪਰਿਵਾਰ ਜਿਹੜੇ ਜਿਨ੍ਹਾਂ ਨੇ ਅੱਜ ਤੱਕ ਪਬਲਿਕ ਪਾਰਕਸ ਦੀ ਯੂਟਿਲਿਟੀ ਅੱਜ ਤੱਕ ਨਹੀਂ ਦੇਖੀ ਉਹਨਾਂ ਨੂੰ ਅਸੀਂ ਪਾਰਕਸ ਮੁਹੱਈਆ ਕਰਵਾ ਕੇ ਦੇ ਰਹੇ ਹਾਂ ਕਿ ਸਾਡੀ ਗਲਤੀ ਇਹ ਹੈ ਕਿ ਅਸੀਂ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਕਿ ਮੇਰੀ ਗਲਤੀ ਇਹ ਹੈ ਕਿ ਮੈਂ ਪੜ੍ਹ ਲਿਖ ਕੇ ਵਾਪਸ ਇੱਕ ਪੰਜਾਬ ਨੂੰ ਜਾਂ ਆਪਣੇ ਪਰਿਵਾਰ ਦੇ ਨਾਮ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ। ਔਰ ਜਿਹੜਾ ਇਹ ਵਾਕਿਆ ਹੋਇਆ ਹੈ ਟੋਟਲੀ ਵਾਕਿਆ ਜਿਹੜਾ ਹੈਗਾ ਮਿਸਯੂਜ਼ ਆਫ ਪਾਵਰ ਐਂਡ ਮਸਲ ਪਾਵਰ। ਕੀ ਵਾਕਿਆ ਹੋਇਆ ਕੀ ਹੈ ਜੀ ਤੁਹਾਡੇ ਨਾਲ ਤੇ ਕਿਹਨਾਂ ਵੱਲੋਂ ਕੀਤਾ ਗਿਆ ਹੈ ਸਰ? ਇਹ ਵਾਕਿਆ ਜਿਹੜਾ ਹੈਗਾ ਜਦ ਦੀ ਇਹ ਸਰਕਾਰ ਬਣੀ ਹੈ ਮੈਂ ऑनरेबल ਭਗਵੰਤ ਮਾਨ ਸਰ ਨੂੰ ਇਹ ਐਡਰੈਸ ਕਰ ਰਿਹਾ ਤੇ ऑनरेबल ਕੇਜਰੀਵਾਲ ਸਾਹਿਬ ਨੂੰ ਇਹ ਐਡਰੈਸ ਕਰ ਰਿਹਾ ਕਿ ਸਰ ਜਿਸ ਦਿਨ ਦੀ ਤੁਹਾਡੀ ਸਰਕਾਰ ਆਈ ਹੈ ਉਸ ਦਿਨ ਤੋਂ MLA ਜੀਵਨ ਸੰਗੋਵਾਲ ਜੀ ਆਪਣੇ ਜਿਹੜੇ ਕਿ ਗੁਰਗਿਆਂ ਨੂੰ ਭੇਜ ਕੇ ਸਾਨੂੰ ਥ੍ਰੈਟ ਪਰਸੈਪਸ਼ਨਸ ਦੇ ਸਨੇਹੇ ਜਾਂ ਸਾਨੂੰ ਇਲੀਗਲ ਵੇ ਦੇ ਨਾਲ ਸਾਡੇ ਤੋਂ ਚੀਜ਼ਾਂ ਡਿਮਾਂਡ ਕਰ ਰਹੇ ਨੇ ਔਰ ਅਸੀਂ ਉਸ ਗੱਲ ਦੇ ਵਿੱਚ ਕਦੀ ਵੀ ਉਹਨਾਂ ਦੀ ਹਾਮੀ ਨਹੀਂ ਭਰੀ ਤਾਂ ਸਾਨੂੰ ਇੱਕ ਲਾਸ਼ ਸੁਨੇਹਾ ਲੈ ਲਿੱਤਾ ਜਾਂਦਾ ਕਿ ਮੈਂ ਤੁਹਾਡੇ ਤੇ कार्रवाई कराऊंगा और तुहाडी इस बनी कॉलोनी दे विच ढहटवाई कराऊंगा ते नाले तुहाडे इस कॉलोनी दे विच इलीगल तरीके दे नाल तुहाडे अंदर गैर पंचायत दी जिहड़ी ये लैंड है इनू विच कड्डूंगा। सर तुसी तां एक पासे मान सरकार सर ये कहंदे ने ऑनरेबल CM साहब कहंदे कि आपां जिहड़ी कि पंचायती लैंड नूं खाली करा के लोकां नूं गरीब परिवारां नूं जगह दित्ती जाऊगी दूजे पासे इसी गल दा सर ये मिसयूज करदे होए साडे ते इदां दी चढ़ाई करवाई है कि तुसी सोच नहीं सकदे। ਤੁਸੀਂ ਜੇ ਕਿਤੇ 27/9 ਨੂੰ ਜਿਹੜਾ ਇਹ ਵਾਕਿਆ ਸਾਡੇ ਨਾਲ ਪ੍ਰਸ਼ਾਸਨ ਨੇ ਅੰਡਰ ਦੀ ਇਨਫਲੂਐਂਸ ਆਫ MLA ਕੀਤਾ ਹੈ ਨਾ ਸਰ ਤੁਸੀਂ ਜੇ ਕਿਤੇ ਆਪ ਉੱਥੇ ਪ੍ਰੈਜ਼ੀਡੈਂਟ ਹੁੰਦੇ ਤੇ ਤੁਸੀਂ ਆਪ ਕਹਿਣਾ ਸੀਗਾ ਇਹ ਇੱਕ ਬਦਨਾਮੀ ਦਾ ਜਿਹੜਾ ਇਹ ਸਾਡੇ ਤੇ ਠਿੱਕਾ ਲਾਇਆ ਗਿਆ।
ਤੁਹਾਡੀ ਸਰਕਾਰ ਤੇ ਆਨਰੇਬਲ ਸੀਐਮ ਸਰ ਅਸੀਂ ਤੁਹਾਨੂੰ ਬਹੁਤ ਸਤਿਕਾਰ ਵੀ ਦਿੰਦੇ ਆ ਔਰ ਤੁਹਾਡੀ ਇਸ ਆਈਡੀਓਲੋਜੀ ਦੇ ਵਿੱਚ ਜਿਹੜਾ ਕਿ ਕੇਜਰੀਵਾਲ ਸਾਹਿਬ ਲੈ ਕੇ ਆਏ ਨੇ ਉਹਨੂੰ ਹੁੰਗਾਰਾ ਵੀ ਭਰਦੇ ਆ ਤੇ ਅੱਗੇ ਲਿਜਾਣ ਨੂੰ ਪ੍ਰੋਮਿਸ ਵੀ ਕਰਦੇ ਆ। ਬਟ ਜਿਹੜੇ ਕਿ ਇਦਾਂ ਦੇ ਜਿਹੜੇ ਗਲਤ ਕੰਮ ਕਰ ਰਹੇ ਨੇ ਐਮਐਲਏ ਜਿਹੜੇ ਇਹ ਐਮਐਲਏ ਨੇ ਗਲਤ ਵਾਕਿਆ ਕੀਤਾ ਹੈ, ਇਹਦੇ ਵਿੱਚ ਅਸੀਂ ਬਿਲਕੁਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਇਹ ਗੱਲ ਨੂੰ ਲੈ ਕੇ ਆ ਰਹੇ ਹਾਂ ਤੇ ਤੁਸੀਂ ਕਾਈਂਡਲੀ ਜਿਹੜਾ ਇਹ ਵਾਕਿਆ ਹੋਇਆ ਸਾਡੇ ਨਾਲ ਇਹਦੇ ਉੱਤੇ ਤੁਸੀਂ ਇਸ ਐਮਐਲਏ ਸਾਹਿਬ ਨੂੰ ਪਰਸਨਲੀ ਬੁਲਾ ਕੇ ਪੁੱਛੋ ਵੀ ਤੇ ਜੇ ਪੁੱਛ ਕੇ ਤੇ ਤੁਸੀਂ ਇਹਨਾਂ ਤੇ ਸਟ੍ਰਿਕਟ ਐਕਸ਼ਨ ਵੀ ਲਓ। ਤੁਸੀਂ ਗੱਲ ਕਰ ਰਹੇ ਹੋ ਹਲਕਾ ਗਿੱਲ ਤੋਂ ਵਿਧਾਇਕ ਨੇ ਸੰਗੋਵਾਲ, ਉਹਨਾਂ ਦੀ ਗੱਲ ਤੁਸੀਂ ਕਰ ਰਹੇ ਹੋ ਨਾ? ਜੀ ਬਿਲਕੁਲ। ਤੁਸੀਂ ਕਹਿ ਰਹੇ ਹੋ ਉਹਨਾਂ ਨੇ ਸਾਡੇ ਕੋਲ ਡਿਮਾਂਡ ਕੀਤੀ, ਕਿਸ ਗੱਲ ਦੀ ਡਿਮਾਂਡ ਕੀਤੀ ਕਿ ਡਾਇਰੈਕਟ ਐਮਐਲਏ ਸਾਹਿਬ ਨੇ ਖੁਦ ਤੁਹਾਡੇ ਕੋਲ ਡਿਮਾਂਡ ਕੀਤੀ ਹੈ? ਸਰ ਮੈਂ ਸਾਰਾ ਵਾਕਿਆ ਤੁਹਾਡੇ ਦੈਨਿਕ ਸਵੇਰਾ ਰਾਹੀਂ ਤੁਹਾਡੇ ਚੈਨਲ ਰਾਹੀਂ ਜਗ ਜਹਾਨ ਕਰਨਾ ਚਾਹਨਾ। ਜਦ ਦੀ ਇਹ ਸਰਕਾਰ ਬਣੀ ਹੈ ਸਾਡੇ ਤੇ ਇਹ ਗੱਲਾਂ ਸਾਨੂੰ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਸਾਡੇ ਪਿੱਛੇ ਪਏ ਹੋਏ ਨੇ ਕਿ ਸਾਨੂੰ ਪਲਾਟ ਦਿਓ, ਸਾਨੂੰ ਪੈਸੇ ਦਿਓ, ਅਸੀਂ ਇਸ ਹਲਕੇ ਦੇ ਐਮਐਲਏ ਬਣ ਗਏ ਹਾਂ। ਜਦੋਂ ਮੇਰੇ ਫਾਦਰ ਸਾਹਿਬ ਨੇ ਜਾਂ ਮੈਂ ਇਸ ਗੱਲ ਨੂੰ ਨਕਾਰਿਆ ਉਸ ਦਿਨ ਤੋਂ ਇਹ ਸਾਡੇ ਪਿੱਛੇ ਪੈ ਗਏ ਨੇ। ਅਸੀਂ ਇਮੀਡੀਏਟਲੀ ਪ੍ਰਸ਼ਾਸਨ ਦਾ ਦਰਵਾਜ਼ਾ ਖਟਖਟਾਉਂਦੇ ਹਾਂ, ਉੱਥੇ ਅਸੀਂ ਇੱਕ ਰਿਟਨ ਐਪਲੀਕੇਸ਼ਨ ਮੂਵ ਕਰਦੇ ਹਾਂ ਜਿੱਥੇ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਇਹ 52 ਨੰਬਰ ਖਸਰੇ ਦਾ ਜਿਹੜਾ ਵਾਕਿਆ ਸਾਰਾ ਇਹਨਾਂ ਨੇ ਬਣਾਇਆ ਸਾਡੇ ਅਗੇਂਸਟ, ਜਿਹੜਾ ਇਹਨਾਂ ਨੇ ਪ੍ਰੋਪੋਗੰਡਾ ਸਾਡੇ ਅਗੇਂਸਟ ਰਚਾਇਆ ਹੈ, ਇਹ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ 52 ਨੰਬਰ ਖਸਰਾ ਹੈਗਾ ਪਿੰਡ ਸੰਗੋਵਾਲ ਦਾ, ਜਿਹਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਨਾਲ ਇਹ ਪੰਚਾਇਤੀ ਇੰਟਰਸਟ ਸ਼ੋਅ ਕਰ ਰਹੇ ਸੀਗੇ। ਅਸੀਂ ਜਦੋਂ ਇਹ ਐਪਲੀਕੇਸ਼ਨ ਮੂਵ ਕੀਤੀ ਮਾਨਯੋਗ ਡੀਸੀ ਸਰ ਕੋਲੇ, ਡੀਸੀ ਮੈਮ ਨੇ ਇਸ ਲੈਟਰ ਨੂੰ ਅੱਗੇ ਡੀਡੀਪੀਓ ਸਾਹਿਬ ਨੂੰ ਮਾਰਕ ਕੀਤਾ ਔਰ ਡੀਡੀਪੀਓ ਸਾਹਿਬ ਨੇ 28/5 ਨੂੰ ਕਲੀਅਰ ਕੱਟ ਇੰਸਟਰਕਸ਼ਨਸ ਆ ਦੇਖੋ ਇਹ ਆਰਡਰ ਦੀ ਕਾਪੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾ ਰਿਹਾ, ਇਹਦੇ ਵਿੱਚ ਕਲੀਅਰਲੀ ਸਟੇਟ ਕੀਤਾ ਹੈ ਕਿ ਜਿਹੜਾ ਇਹ ਵਾਕਿਆ ਹੈਗਾ 51 ਨੰਬਰ ਖਸਰੇ ਦਾ ਜਿਹੜਾ ਕਿ ਪਿੰਡ ਸੰਗੋਵਾਲ ਵੈਲੀ 2 ਦੇ ਵਿੱਚ ਸਿਚੁਏਟਡ ਹੈ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੰਚਾਇਤੀ ਲੈਂਡ ਨਹੀਂ ਬੋਲਦੀ। ਔਰ ਉਸ ਤੋਂ ਬਾਅਦ ਜਦੋਂ ਇਹ ਆਰਡਰਾਂ ਦੀ ਕਾਪੀ ਸਰਕੂਲੇਟ ਹੁੰਦੀ ਹੈ ਔਰ ਜਿਵੇਂ ਇਹਨਾਂ ਦੇ ਗੁਰਗਿਆਂ ਨੂੰ ਜਾਂ ਐਮਐਲਏ ਸਾਹਿਬਾਨ ਨੂੰ ਇਸ ਗੱਲ ਦੇ ਬਾਰੇ ਪਤਾ ਲੱਗਦਾ ਹੈ ਇਹ ਇੱਕਦਮ ਘਬਰਾ ਜਾਂਦੇ ਨੇ ਤੇ ਉਸੇ ਆਰਡਰ ਦੇ ਜਿਹੜੇ ਖਿਲਾਫ ਡੀਡੀਪੀਓ ਸਾਹਿਬ ਤੇ ਪ੍ਰੈਸ਼ਰ ਕ੍ਰੀਏਟ ਕਰਦੇ ਨੇ ਤੇ ਉਸ ਪ੍ਰੈਸ਼ਰ ਦੇ ਅਗੇਂਸਟ ਉਹ ਕੀ ਗਲਤੀ ਕਰ ਦਿੰਦੇ ਨੇ ਕਿ 16/9 ਨੂੰ ਆ ਦੇਖੋ ਆ 16/9 ਨੂੰ ਉਸੇ 28/5 ਦੇ ਜਿਹੜਾ ਆਰਡਰ ਹੋਇਆ ਹੁੰਦਾ ਹੈ ਉਸ ਤੋਂ ਬਾਅਦ ਇੱਕ ਹੋਰ ਆਰਡਰ ਕਢਾ ਦਿੰਦੇ ਨੇ ਕਿ ਨਹੀਂ ਇਹਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਹੈ, ਇਹਦੇ ਵਿੱਚ ਗ੍ਰਾਮ ਪੰਚਾਇਤ ਦੀ ਲੈਂਡ ਬੋਲਦੀ ਹੈ। ਹਾਊ ਇਜ਼ ਇਟ ਪੋਸੀਬਲ? ਮੈਂ ਆਨਰੇਬਲ ਸੀਐਮ ਸਾਹਿਬ ਤੋਂ ਪੁੱਛਣਾ ਚਾਹੁੰਦਾ ਕਿ ਹਾਊ ਇਜ਼ ਇਟ ਪੋਸੀਬਲ ਇੱਕ ਜੱਜ ਸਾਨੂੰ 28/5 ਨੂੰ ਕਹਾ ਕੇ ਕਹਿੰਦਾ ਹੈ ਕਿ ਤੁਸੀਂ ਬਾਇਜਦ ਬਰੀ ਹੋ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੰਚਾਇਤੀ ਲੈਂਡ ਨਹੀਂ ਬੋਲਦੀ। ਹਾਊ ਇਜ਼ ਇਟ ਪੋਸੀਬਲ ਕਿ ਸਾਨੂੰ ਬਿਨਾਂ ਦੱਸੇ ਹੋਏ ਐਕਸ ਪਾਰਟੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਇੰਟੀਮੇਸ਼ਨ ਨਹੀਂ ਹੁੰਦੀ, ਸਾਡੇ ਪਲਾਟ ਹੋਲਡਰਸ ਨੂੰ ਕਿਸੇ ਤਰ੍ਹਾਂ ਦੀ ਇੰਟੀਮੇਸ਼ਨ ਨਹੀਂ ਹੁੰਦੀ ਔਰ ਕਿਸੇ ਵੀ ਬੰਦੇ ਨੂੰ ਇਲਮ ਨਹੀਂ ਹੁੰਦੀ, ਚੁੱਪ ਚੁਪੀਤੇ ਇੱਕ ਐਕਸ ਪਾਰਟੀ ਆਰਡਰ ਸਾਡੇ ਖਿਲਾਫ ਕੱਢਿਆ ਜਾਂਦਾ ਹੈ ਔਰ 27/9 ਨੂੰ ਆਪਣਾ ਉੱਥੇ ਗੁੰਡਾਗਰਦੀ ਦਾ ਜਿਹੜਾ ਕਿ ਇਹ ਨਾਚ ਦਿਖਾਇਆ ਜਾਂਦਾ ਹੈ। ਤੁਸੀਂ ਜੇ ਕਿਤੇ 27/9 ਨੂੰ ਉਹ ਨਜ਼ਾਰਾ ਦੇਖ ਲੈਂਦੇ ਤੇ ਤੁਸੀਂ ਆਪੇ ਕਹਿਣਾ ਸੀ ਇਹ ਕੀ ਹੋ ਰਿਹਾ ਹੈ, ਕੀ ਹੋ ਰਿਹਾ ਭੋਲੀ ਭਾਲੀ ਜਨਤਾ ਦੇ ਨਾਲ, ਕੀ ਹੋ ਰਿਹਾ ਗਰੀਬ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੇ ਜਿਹੜੇ ਉੱਥੇ ਰਹਿ ਰਹੇ ਨੇ ਸਨ 2005 ਤੋਂ, ਕੀ ਹੋ ਰਿਹਾ ਉਹ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਉੱਥੇ ਝੂਲੇ ਲੈ ਰਹੇ ਸੀਗੇ ਜਾਂ ਜਿਹੜੇ ਉੱਥੇ ਖੇਡਣਾ ਚਾਹੁੰਦੇ ਸੀਗੇ, ਮਾਤਾਵਾਂ ਭੈਣਾਂ ਉੱਥੇ ਜਿਹੜੀ ਕਿ ਉੱਥੇ ਸੈਰ ਕਰਨਾ ਚਾਹੁੰਦੀ ਸੀ, ਉਹ ਪਰਿਵਾਰਾਂ ਨੇ ਜਿਨ੍ਹਾਂ ਨੇ ਅੱਜ ਤੱਕ ਪਾਰਕਸ ਦੀ ਸ਼ੇਪ ਦੇ ਵਿੱਚ ਕਦੀ ਕੁਝ ਦੇਖਿਆ ਨਹੀਂ ਹੁੰਦਾ। ਅਸੀਂ ਇੱਕ ਗੱਲ ਨੂੰ ਪ੍ਰਮੋਟ ਕਰ ਰਹੇ ਹਾਂ ਜਿਹੜੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਗਰੀਬ ਪਰਿਵਾਰਾਂ ਨੂੰ ਆਪਾਂ ਫੈਸਿਲਿਟੇਟ ਕਰ ਰਹੇ ਹਾਂ। ਅੱਛਾ ਜਦੋਂ ਇਹ ਵਾਕਿਆ ਹੁੰਦਾ ਮੈਂ ਆਪਣਾ ਗਲਾ ਫਾੜ ਕੇ ਪ੍ਰਸ਼ਾਸਨ ਸਾਹਮਣੇ ਕਹਿਣਾ ਕਿ ਡੀਡੀਪੀਓ ਸਾਹਿਬ ਦੇ ਆਰਡਰ ਸਾਡੇ ਕੋਲ ਨੇ ਜਿਹਦੇ ਵਿੱਚ ਕੀ ਸਟੇਟਡ ਹੈ ਕਿ 28/5 ਨੂੰ ਸਟੇਟਡ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਪੰਚਾਇਤ ਲੈਂਡ ਨਹੀਂ ਬੋਲਦੀ, ਬਟ ਕੋਈ ਵੀ ਸਾਡੀ ਗੱਲ ਨਹੀਂ ਸੁਣਦਾ। ਤਹਿਸੀਲਦਾਰ ਪੰਨੂ ਜੀ ਤੋਂ ਲੈ ਕੇ ਕਨਗੋ ਤੋਂ ਲੈ ਕੇ ਉੱਥੇ ਜਿੰਨਾ ਵੀ ਪ੍ਰਸ਼ਾਸਨ ਦੇ ਲੋਕ ਉੱਥੇ ਖੜੇ ਸੀਗੇ ਇਸ ਗੁੰਡਾਗਰਦੀ ਨੂੰ ਇੰਪਲੀਮੈਂਟ ਕਰਵਾ ਰਹੇ ਸੀਗੇ। ਤੁਸੀਂ ਸੋਚ ਵੀ ਨਹੀਂ ਸਕਦੇ, ਮੇਰੇ ਕੋਲ ਰਿਕਾਰਡਿੰਗਾਂ ਹੈਗੀਆਂ ਨੇ ਇਹ ਕਿਵੇਂ ਸਾਨੂੰ ਉੱਥੇ ਦੁਦਕਾਰ ਰਹੇ ਸੀਗੇ ਔਰ ਇਹਨਾਂ ਦੇ ਗੁਰਗੇ ਕਿਵੇਂ ਮੈਨੂੰ ਧੱਕਾ ਮਾਰ ਰਹੇ ਸੀਗੇ ਔਰ ਥ੍ਰੈਟ ਇੱਦਾਂ ਦੇ ਰਹੇ ਸੀਗੇ ਕਿ ਜਿਵੇਂ ਤੁਸੀਂ ਸੋਚ ਵੀ ਨਹੀਂ ਸਕਦੇ। ਅਸੀਂ ਡਰਨ ਵਾਲੇ ਨਹੀਂ ਆ, ਅਸੀਂ ਆਪਣੀ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ। ਉਸ ਤੋਂ ਬਾਅਦ ਜਦੋਂ 27/9 ਨੂੰ ਇਹ ਵਾਕਿਆ ਹੁੰਦਾ ਹੈ ਇਮੀਡੀਏਟਲੀ ਅਸੀਂ ਇੱਕ ਰਿਟ ਪਟੀਸ਼ਨ ਫਾਈਲ ਕਰਦੇ ਹਾਂ ਹਾਈ ਕੋਰਟ ਦੇ ਵਿੱਚ ਔਰ ਮੈਂ ਧੰਨਵਾਦੀ ਹਾਂ ਆਪਣੇ ਮੀਡੀਆ ਭਰਾਵਾਂ ਦਾ ਤੇ ਨਾਲੇ ਮਾਨਯੋਗ ਹਾਈ ਕੋਰਟ ਦਾ ਜਿਨ੍ਹਾਂ ਨੇ ਸਾਨੂੰ ਇਮੀਡੀਏਟ ਰਿਲੀਫ ਦਿੱਤੀ। 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਉੱਥੇ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਨੂੰ ਉਹਨਾਂ ਨੇ ਆਰਡਰ ਪਾਸ ਕੀਤਾ ਔਰ ਉਸ ਆਰਡਰ ਦੇ ਵਿੱਚ ਇਹ ਪਾਸ ਆਨ ਕੀਤਾ ਕਿ ਤੁਸੀਂ ਕਿਸ ਹੈਸੀਅਤ ਦੇ ਵਿੱਚ ਜਿਹੜਾ ਤੁਸੀਂ 28/5 ਦਾ ਜਿਹੜਾ ਆਰਡਰ ਚੇਂਜ ਕੀਤਾ
ਚੇਂਜ ਕੀਤਾ ਔਰ ਇਹ ਵੀ ਪੁੱਛਿਆ ਗਿਆ ਕਿ ਕਿਹੜੀ ਗੈਰ ਕਾਨੂੰਨੀ ਜਿਹੜੀ ਤੁਹਾਡੇ ਤੇ ਕਿਨੇ ਤੁਹਾਨੂੰ ਇਸ ਦੇ ਉੱਤੇ ਤੁਹਾਨੂੰ ਫੋਰਸ ਕੀਤਾ ਔਰ ਫਟਕਾਰ ਲਾਉਂਦੇ ਹੋਏ ਇਹ ਗੱਲ ਕਹੀ ਹੈ ਕਿ ਜਿਵੇਂ ਉਹ ਸਾਰੀਆਂ ਗੱਲਾਂ ਸੀਗੀਆਂ ਜਿਵੇਂ ਦੁਬਾਰਾ ਬਣੀਆਂ ਹੋਈਆਂ ਸੀਗੀਆਂ ਉੱਦਾਂ ਹੀ ਉਹ ਸਾਰੀ ਗੱਲ ਨੂੰ ਤੁਸੀਂ ਉੱਥੇ ਇੰਪਲੀਮੈਂਟ ਕਰੋ। ਅੱਜ ਮੈਂ ਧੰਨਵਾਦੀ ਹਾਂ ਮਾਨਯੋਗ ਡਬਲ ਬੈਂਚ ਦੇ ਜਿਹੜੇ ਫੈਸਲਾ ਜਿਹੜਾ ਸਾਡੇ ਹੱਕ ਦੇ ਵਿੱਚ ਆਇਆ ਹੈ, ਮੈਂ ਧੰਨਵਾਦੀ ਹਾਂ ਜਿਹੜੇ ਆਨਰੇਬਲ ਜੱਜ ਸਾਹਿਬ ਨੇ ਜਿਹੜੀ ਇਮੀਡੀਏਟ ਸਾਨੂੰ ਇੱਕ ਰਿਲੀਫ ਦਿੱਤਾ ਬਟ ਐਟ ਦ ਸੇਮ ਟਾਈਮ ਮੈਂ ਅੱਜ ਮੀਡੀਆ ਭਰਾਵਾਂ ਰਾਹੀਂ ਇਹ ਮੰਗ ਕਰਦਾ ਕਿ ਅਸੀਂ ਅੱਜ ਉੱਥੇ ਆਪਣਾ ਇਹ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ ਔਰ ਮੈਨੂੰ ਤੇ ਮੇਰੇ ਪਰਿਵਾਰ ਨੂੰ 100% ਥ੍ਰੈਟ ਹੈ ਇਸ ਐਮਐਲਏ ਤੋਂ ਜਿਹੜਾ ਕਿ ਸਾਡੇ ਤੇ ਕਿਸੇ ਵੀ ਤਰ੍ਹਾਂ ਦਾ ਵਾਰ ਵੀ ਕਰ ਸਕਦਾ ਹੈ ਔਰ ਕਿਸੇ ਵੀ ਗੈਰ ਕਾਨੂੰਨੀ ਹਰਕਤਾਂ ਮੇਰੇ ਤੇ ਮੇਰੇ ਪਰਿਵਾਰ ਤੇ ਕਰਾਉਣ ਦੀ ਇਹ ਪਲੈਨਿੰਗ ਕਰ ਰਿਹਾ ਹੈ ਔਰ ਮੈਨੂੰ ਇਹ ਵੀ ਪਤਾ ਹੈ ਮੇਰੇ ਤੇ FIR ਵੀ ਕਟਵਾਊਗਾ ਔਰ ਮੈਨੂੰ ਇਹ ਵੀ ਪਤਾ ਆਪਣੇ ਗੁੰਡਿਆਂ ਨੂੰ ਭੇਜ ਕੇ ਮੇਰੇ ਨਾਲ ਲੜਾਈਆਂ ਕਰਵਾ ਕੇ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਰਮਫੁਲ ਐਕਟ ਵੀ ਕਰੂਗਾ। ਤੇ ਮੈਂ ਅੱਜ ਮੀਡੀਆ ਰਾਹੀਂ ਦੈਨਿਕ ਸਵੇਰਾ ਚੈਨਲ ਰਾਹੀਂ ਆਪਣੇ ਪ੍ਰਸ਼ਾਸਨ ਨੂੰ ਅਵੇਅਰ ਕਰ ਰਿਹਾ ਤੇ ਸਾਨੂੰ ਸਾਰਿਆਂ ਨੂੰ ਜਗ ਜਹਾਨ ਕਰ ਰਿਹਾ ਕਿ ਦੇਖੋ ਇੱਕ MLA ਦਾ ਜਿਹੜਾ ਪਰਸਨਲ ਇੰਟਰਸਟ ਬਣਦਾ ਹੈ ਸਾਡੇ ਇਸ ਜਗ੍ਹਾ ਤੇ ਕਬਜ਼ਾ ਕਰਨ ਦਾ। ਤੁਸੀਂ ਇਲਜ਼ਾਮ ਲਗਾ ਰਹੇ ਹੋ ਵੱਡੇ MLA ਤੇ ਕਿ ਤੁਹਾਡੇ ਕੋਲ ਸਬੂਤ ਨੇ ਕਿ ਤੁਹਾਡੇ ਕੋਲ ਆਪਣਾ ਡਿਮਾਂਡ ਕੀਤੀ ਗਈ ਕਿਸੇ ਤਰ੍ਹਾਂ ਦੀ MLA ਦੇ ਵੱਲੋਂ? ਸਰ ਜਿਸ ਦਿਨ ਇਹ ਵਾਕਿਆ ਹੁੰਦਾ ਹੈ ਤੇ ਇਹ ਐਕਸ ਪਾਰਟੀ ਕਾਰਵਾਈ ਕਿਹਦੇ ਤੇ ਹੁੰਦੀ ਹੈ? ਸਾਨੂੰ ਬਿਨਾਂ ਦੱਸੇ ਕਿਵੇਂ ਇੰਟੀਮੇਸ਼ਨਸ ਹੋਈਆਂ ਨੇ ਕਿਵੇਂ ਕਿਸ ਪ੍ਰੈਸ਼ਰ ਦੇ ਵਿੱਚ 16/9 ਦੇ ਆਰਡਰ ਪਾਸ ਆਨ ਹੁੰਦੇ ਨੇ ਸਾਡੇ ਕੋਲੇ ਕੋਈ ਰਿਟਨ ਐਵੀਡੈਂਸ ਨਹੀਂ ਆਂਦੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਅਵੇਅਰਨੈਸ ਨਹੀਂ ਦਿੱਤੀ ਜਾਂਦੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਦਰਸਾਇਆ ਨਹੀਂ ਜਾਂਦਾ। ਹੋਰ ਅਗਲੀ ਗੱਲ ਜਿਸ ਦਿਨ ਇਹ ਵਾਕਿਆ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ MLA ਜੀਵਨ ਸੰਗੋਵਾਲ ਹੀ ਕਿਉਂ DDPO ਦੀ ਕੰਪਲੇਂਟ ਕਰਦਾ ਹੈ ਕਿ ਮੇਰਾ ਫੋਨ ਨਹੀਂ ਉਠਾਇਆ ਜਾ ਰਿਹਾ ਇਹ ਸਾਰਾ ਕੁਝ ਔਨ ਰਿਕਾਰਡ ਹੈ ਜਿਹੜਾ ਕਿ ਜਗ ਜਹਾਨ ਆਪਾਂ ਕਰਾਂਗੇ। ਕੋਲ ਕੋਈ ਰਿਕਾਰਡ ਹੈ ਕੋਈ ਐਵੀਡੈਂਸ ਹੈ ਜਿਹਦੇ ਵਿੱਚ ਸੰਗੋਵਾਲ ਸਾਹਿਬ ਜਾਂ MLA ਸਾਹਿਬ ਡਿਮਾਂਡ ਕਰ ਰਹੇ ਨੇ ਕਿਸੇ ਚੀਜ਼ ਦੀ? ਕਰ ਰਹੇ ਕਿ ਵਿਧਾਨ ਸਭਾ ਦੇ ਵਿੱਚ ਇਹਦੀ ਰਿਟਨ ਕੰਪਲੇਂਟ ਕੀਤੀ ਹੈ DDPO ਸਾਹਿਬ ਦੀ ਕਿ ਇਹਦੇ ਵਿੱਚ ਕੀ ਤੁਸੀਂ ਮੇਰਾ DDPO ਮੇਰਾ ਫੋਨ ਨਹੀਂ ਚੱਕ ਰਿਹਾ। ਦੂਸਰੀ ਗੱਲ ਸਰ ਜਿਹੜੇ ਉਹਨਾਂ ਦੇ ਗੁਰਗੇ ਸੀਗੇ ਉੱਥੇ ਉਹ ਕੀ ਕਰ ਰਹੇ ਸੀਗੇ ਉਹਨਾਂ ਦੇ ਜਿਹੜੇ ਲੋਕ ਉੱਥੇ ਭੇਜੇ ਸੀਗੇ ਅਸਲੇ ਨਾਲ ਲੈਸ ਜਿਹੜੇ ਬੰਦੂਕਾਂ ਲੈ ਕੇ ਉੱਥੇ ਖੜੇ ਸੀ ਉਹ ਕਿਹਨਾਂ ਦੇ ਬੰਦੇ ਸੀਗੇ ਸਾਨੂੰ ਨਹੀਂ ਪਤਾ। ਸਾਡੇ ਤੇ ਡਾਇਰੈਕਟਲੀ ਇਹਨਾਂ ਨੇ ਸਾਡੇ ਤੇ ਮੇਰੇ ਪਰਿਵਾਰ ਬਾਤ ਹੋਈ ਹੈ MLA ਸਾਹਿਬ ਨੂੰ ਕਹਿੰਦੇ ਨੇ ਮੇਰੇ ਬੰਦੇ ਨੇ। ਸਰ ਮੈਂ ਤਾਂ ਤੁਹਾਡੇ ਮੈਂ ਚੈਨਲ ਰਾਹੀਂ ਇਹੀ ਤਾਂ ਮੰਗ ਕਰਨਾ ਚਾਹ ਰਿਹਾ ਕਿ ਸਾਡਾ ਤੁਹਾਡੇ ਨਾਲ ਕੀ ਪਰਸਨਲ ਹੈ। ਮੈਂ ਤਾਂ ਕਦੀ ਤੁਹਾਨੂੰ ਕਦੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਨੂੰ ਕਦੀ ਮੈਂ ਕਦੀ ਤੁਹਾਨੂੰ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ ਜਾਂ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਕਹੀ ਹੋਵੇ ਤੁਸੀਂ ਇੱਕ ਆਪਣਾ ਪਰਸਨਲ ਇੰਟਰਸਟ ਬਣਾ ਕੇ ਹੋ ਉਹ ਵੀ ਕਿਸ ਗੱਲ ਤੇ ਕਿ ਜਿਹਦੀ ਤੁਹਾਨੂੰ ਕਿਸ ਦਾ ਇਲਮ ਨਹੀਂ ਸੀਗਾ। ਤੁਸੀਂ ਇਹ ਸੋਚੋ ਕਿ ਤੁਸੀਂ 51 ਨੰਬਰ ਖਸਰੇ ਦੇ ਵਿੱਚ ਤੁਸੀਂ ਪੰਚਾਇਤੀ ਲੈਂਡ ਕੱਢ ਰਹੇ ਹੋ ਕਿਸ ਵਾਸਤੇ ਜਦ ਤੁਹਾਨੂੰ ਅਸੀਂ ਕਹਿ ਰਹੇ ਹਾਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੰਚਾਇਤੀ ਲੈਂਡ ਨਹੀਂ ਹੈ ਤੁਸੀਂ ਕਿਉਂ DDPO ਨੂੰ ਤੁਸੀਂ ਪਿੱਛੇ ਪਏ ਹੋ? DDPO ਸਾਹਿਬ ਸ਼ਰੇਆਮ ਕਹਿ ਰਹੇ ਕਿ ਮੇਰੇ ਤੇ ਪ੍ਰੈਸ਼ਰ ਹੈ। ਉਸ ਟਾਈਮ ਜਦੋਂ ਉੱਥੇ ਅਸੀਂ ਖੜੇ ਸੀਗੇ ਇੰਟਾਇਰ ਐਡਮਿਨਿਸਟ੍ਰੇਸ਼ਨ ਇੱਕੋ ਗੱਲ ਕਹਿ ਰਹੀ ਸੀਗੀ ਸਾਡੇ ਤੇ ਪ੍ਰੈਸ਼ਰ ਹੈ MLA ਦਾ ਸਾਡੇ ਤੇ MLA ਦਾ ਪ੍ਰੈਸ਼ਰ ਹੈ। ਹੁਣ ਦੱਸੋ ਅਸੀਂ ਕਿੱਥੇ ਜਾਈਏ? ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਉਸੇ ਟਾਈਮ ਜਿਸ ਦਿਨ ਇਹ ਵਾਕਿਆ ਹੋਇਆ ਉਸੇ ਦਿਨ ਅਸੀਂ ਐਡਮਿਨਿਸਟ੍ਰੇਸ਼ਨ ਦੇ ਕੋਲੇ ਗਏ ਉਹਨਾਂ ਨੇ ਸਾਨੂੰ ਇਮੀਡੀਏਟ ਰਿਲੀਫ ਵੀ ਦਿੱਤਾ ਬਟ ਉਹ ਆਰਡਰਾਂ ਨੂੰ ਵੀ ਇਹਨਾਂ ਨੇ ਖਾਰਿਜ ਕਰਤਾ। ਨਾਲ ਹੀ ਕਿਉਂ ਇਹ ਗੁੱਸਾ ਕੱਢਿਆ ਜਾ ਰਿਹਾ ਜਿਵੇਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਤੁਹਾਡੇ ਨਾਲ ਕੋਈ ਪਰਸਨਲੀ ਰੰਜਿਸ਼ ਹੈ ਉਹਨਾਂ ਦੀ ਕੋਈ? ਸਰ ਮੈਂ ਕਹਿ ਤਾਂ ਰਿਹਾ ਕਿ ਮੈਨੂੰ ਵੀ ਨਹੀਂ ਸਮਝ ਆ ਰਿਹਾ ਕਿ ਮੇਰੇ ਨਾਲ ਕਿਸ ਤਰ੍ਹਾਂ ਦੀ ਇਹ ਬਦਸਲੂਕੀ ਕੀਤੀ ਜਾ ਰਹੀ ਹੈ ਮੇਰੇ ਤੇ ਮੇਰੇ ਪਰਿਵਾਰ ਦੀ ਪਬਲਿਕ ਇਮੇਜ ਨੂੰ ਕਿਉਂ ਡਿਸਟਰੋਏ ਕੀਤਾ ਜਾ ਰਿਹਾ ਹੈ। ਜਦ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਵੀ ਦੱਸਿਆ ਨਹੀਂ ਵੀ ਸਾਡੇ ਨਾਲ ਕੀ ਕਿਉਂ ਤੁਸੀਂ ਕਰ ਰਹੇ ਹੋ ਸਭ? ਸਰ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਤਾਂ ਪੁੱਛਣਾ ਚਾਹ ਰਿਹਾ ਕਿ ਅਸੀਂ ਕੀ ਗੁਨਾਹ ਕਰਤਾ ਸਾਡੀ ਐਕਸਪੈਕਟੇਸ਼ਨ ਇੱਕ ਇਮਾਨਦਾਰ ਸਰਕਾਰ ਦੇ ਪ੍ਰਤੀ ਅਸੀਂ ਸਾਡਾ ਇੱਕ ਵਤੀਤ ਹੈ ਕਿ ਇਮਾਨਦਾਰ ਸਰਕਾਰ ਚੁਣੀ ਆਪਾਂ ਲੇਕਿਨ ਐਟ ਦ ਸੇਮ ਟਾਈਮ ਤੁਸੀਂ ਦੇਖੋ ਕਿਵੇਂ ਦਾ ਧੱਕਾ ਹੋ ਰਿਹਾ ਸਾਡੇ ਨਾਲ ਔਰ ਮੈਂ ਫਿਰ ਇਹ ਗੱਲ ਕਹਿਣਾ ਚਾਹੂੰਗਾ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਰੱਖਾਂਗੇ ਔਰ ਜਦ ਤੱਕ ਉੱਥੇ ਮੇਰੀਆਂ ਦੀਵਾਰਾਂ ਨਹੀਂ ਬਣਦੀਆਂ ਦੀਵਾਰਾਂ ਦਾ ਕੰਪਨਸੇਸ਼ਨ ਨਹੀਂ ਮਿਲਦਾ ਜਾਂ ਮੇਰੇ ਤੇ ਮੇਰੇ ਪਰਿਵਾਰ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਹੈ ਤੇ MLA ਜੀਵਨ ਸੰਗੋਵਾਲ ਵਿਲ ਬੀ ਰਿਸਪੌਂਸਿਬਲ। ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ? ਸਰ ਟੋਟਲ ਇਹਨਾਂ ਨੇ ਇੱਕ ਪਬਲਿਕ ਪਾਰਕ ਜਿਹਦੇ ਵਿੱਚ ਝੂਲੇ ਲੱਗੇ ਹੋਏ ਸੀਗੇ ਟੋਟਲ ਡਿਸਟਰੋਏ ਕਰ ਦਿੱਤਾ ਗਿਆ ਔਰ ਤੁਸੀਂ ਇੱਕ ਗੱਲ ਸਮਝੋ ਕਿ ਉੱਥੇ ਕਿਸੇ ਵੀ ਤਰ੍ਹਾਂ ਦੀ ਨਿਸ਼ਾਨਦੇਹੀ ਨਹੀਂ ਕਰਾਈ ਗਈ ਸੀਗੀ ਕਿਸੇ ਵੀ ਤਰ੍ਹਾਂ ਦਾ ਆਰਡਰ ਨਹੀਂ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਕੀਤਾ ਗਿਆ। ਵਾਟ ਵਾਜ਼ ਇਟ 100 ਬੰਦੇ ਭੇਜਣ ਦੀ ਤੁਹਾਨੂੰ ਕੀ ਸੀਗੀ ਉੱਥੇ ਵਾਟ ਵਾਜ਼ ਦ ਨੀਡ? ਲੋਕ ਉੱਥੇ ਰਹਿ ਰਹੇ ਨੇ 2005 ਦੇ ਵਿੱਚ ਤੁਹਾਡੀ ਹੀ ਪੰਚਾਇਤ ਤੁਹਾਡੇ ਹੀ ਆਫੀਸਰਸ ਸਾਡੀਆਂ ਉਹ 4 ਦੀਵਾਰਾਂ ਕਰਾ ਕੇ ਗਏ ਨੇ। ਇਟ ਇਜ਼ ਆਲ ਰਿਟਨ ਐਵੀਡੈਂਸ ਹੈ ਸਰ ਆਲ ਰਿਟਨ। ਅਸੀਂ ਕੋਈ ਮੂੰਹ ਜਵਾਨੀ ਗੱਲਾਂ ਨਹੀਂ ਕਰ ਰਹੇ ਤੁਹਾਡੇ ਨਾਲ। ਜਿਹੜਾ ਇੱਕ 28/5 ਨੂੰ ਆਰਡਰ ਪਾਸ ਹੋਇਆ ਉਹ ਵੀ ਮੇਰੇ ਹੱਥ ਦੇ ਵਿੱਚ ਹੈ ਆ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਆਰਡਰ ਪਾਸ ਕਰਾਇਆ ਉਹ ਵੀ ਮੇਰੇ ਹੱਥ ਦੇ ਵਿੱਚ ਹੈ ਔਰ ਇਸ ਤੋਂ ਬਾਅਦ ਜਿਹੜਾ ਹਾਈ ਕੋਰਟ ਨੇ ਆਰਡਰ ਸਾਡੇ ਹੱਕ ਦੇ ਵਿੱਚ ਦਿੱਤਾ ਉਹ ਵੀ ਮੇਰੇ ਹੱਥ ਦੇ ਵਿੱਚ ਹੈ। ਅਗੇਨ ਅਸੀਂ ਯੂਥ ਹਾਂ ਅੱਜ ਦਾ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਜਾਣਦੇ ਹਾਂ
ਔਰ ਮੈਂ ਆਪਣੇ ਯੂਥ ਭਰਾਵਾਂ ਨੂੰ ਇਹ ਵੀ ਰਿਕੁਐਸਟ ਕਰੂੰਗਾ ਕਿ ਜਿਨ੍ਹਾਂ ਨਾਲ ਧੱਕੇ ਹੋ ਰਹੇ ਨੇ ਆਪਣੀ ਆਵਾਜ਼ ਨੂੰ ਬੁਲੰਦ ਕਰੋ। ਔਰ ਅਗੇਨ ਮੈਂ ਆਪਣੀ ਇਸ ਆਵਾਜ਼ ਨੂੰ ਅੱਗੇ ਹੋਰ ਕੈਰੀ ਫਾਰਵਰਡ ਕਰੂੰਗਾ ਜੇ ਮੇਰੇ ਨਾਲ ਇਨਸਾਫ ਨਾ ਹੋਏ। ਸੀਐਮ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? Honorable CM sir, Honorable ਕੇਜਰੀਵਾਲ sir, we are law abiding citizen। ਅਸੀਂ ਤੁਹਾਨੂੰ ਭਰ ਕੇ ਟੈਕਸ ਦੀ ਸ਼ੇਪ ਦੇ ਵਿੱਚ ਐਡਵਾਂਸ ਟੈਕਸਿਸ ਤੇ ਤੁਹਾਨੂੰ ਅਸੀਂ ਦੇ ਰਹੇ ਹਾਂ ਔਰ ਸਾਨੂੰ ਇੱਥੇ ਕੰਮ ਕਰ ਲੈਣ ਦਿਓ। ਇੱਦਾਂ ਦੇ ਜਿਹੜੇ MLAs ਨੇ ਇਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਕਿ ਇਹ ਕਿਉਂ ਵਾਕਿਆ ਕੀਤਾ, ਕਿਉਂ ਤੁਸੀਂ ਆਪਣੀ ਪਾਵਰ ਜੇ ਮਸਲ ਪਾਵਰ ਦਾ ਮਿਸਯੂਜ਼ ਕੀਤਾ ਹੈ, ਕਿਉਂ ਸਾਡੇ ਵਰਗੇ ਯੂਥ ਨੂੰ ਤੁਸੀਂ ਕਿਉਂ ਪਲਾਨ ਕਰਨ ਤੇ ਮਜਬੂਰ ਕਰ ਰਹੇ ਹੋ। ਆਲਰੇਡੀ ਸਰ ਹਜੇ ਕੋਵਿਡ ਦੇ ਵਿੱਚੋਂ ਅਸੀਂ ਰਿਕਵਰ ਨਹੀਂ ਹੋਏ। ਕੋਈ ਵੀ ਵਪਾਰੀ ਇੱਦਾਂ ਦਾ ਨਹੀਂ ਹੈ ਜਿਹੜਾ ਕਿ ਹਜੇ ਕੋਵਿਡ ਦੇ ਵਿੱਚੋਂ ਰਿਕਵਰ ਹੋ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਿਆ ਹੋਵੇ, ਬਟ ਉਸ ਤੋਂ ਬਾਅਦ ਤੁਸੀਂ ਆ ਕੁਝ ਹੋ ਰਿਹਾ ਸਾਡੇ ਨਾਲ। ਲੱਗਦਾ ਕਿਸ ਤੇ ਇਨਕੁਆਇਰੀ ਲੱਗਣੀ ਚਾਹੀਦੀ ਹੈ ਜੋ ਕੁਝ ਸੱਚ ਸਾਰੇ ਸਾਹਮਣੇ ਆ ਸਕੇ। ਸਰ ਜੱਗ ਜਹਾਨ ਹੋ ਚੁੱਕਾ ਹੈ। ਜਿਹੜਾ ਇਹ ਮਾਨਯੋਗ ਹਾਈ ਕੋਰਟ ਨੇ ਕਲੀਅਰ ਕੱਟ ਇੱਕ ਫੈਸਲਾ ਸੁਣਾ ਦਿੱਤਾ ਹੈ ਕਿ 51 ਨੰਬਰ ਖਸਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੰਚਾਇਤੀ ਲੈਂਡ ਨਹੀਂ ਬੋਲਦੀ। ਤੇ ਇਸ ਤੋਂ ਬਾਅਦ ਹੋਰ ਕੀ ਰਹਿ ਗਿਆ ਸਰ? ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਲੈਂਡ ਇਹਨਾਂ ਨੇ ਸਾਡੇ ਜਿਹੜੇ ਲੋਕ ਜਿਹੜੇ ਪਲਾਟ ਹੋਲਡਰਸ ਨੇ ਉਹਨਾਂ ਦੇ ਜਿਹੜੇ ਆਪਣੇ ਜਿਹੜੇ ਪਲਾਟ ਹੋਲਡਰਸ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਗੱਲ ਦੇ ਵਿੱਚ ਵੀ ਅਸੀਂ ਕੰਪਨਸੇਸ਼ਨ ਦੀ ਡਿਮਾਂਡ ਕਰ ਰਹੇ ਹਾਂ। ਔਰ ਮਾਨਯੋਗ CM ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਕਿ ਸਰ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ, ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਹੈ, ਬਟ ਇਦਾਂ ਦੇ MLA ਨੂੰ ਬੁਲਾ ਕੇ ਜ਼ਰੂਰ ਪੁੱਛੋ ਕਿ ਇਹ ਕੀ ਤੂੰ ਗਲਤ ਵਾਕਿਆ ਕੀਤਾ। ਤਾਂ ਬਿਲਕੁਲ ਇਹ ਨੇ ਨੌਜਵਾਨ ਜੋ ਬਾਹਰੋਂ ਸਟੱਡੀ ਕਰਕੇ ਪੰਜਾਬ ਦੇ ਵਿੱਚ ਹੀ ਜਿਹੜਾ ਕਿ ਰੁਜ਼ਗਾਰ ਨੇ ਚਲਾ ਰਹੇ ਨੇ, ਤਾਂ ਨਾਲ ਦੀ ਨਾਲ ਹੀ ਹੋਰ ਕਈ ਪਰਿਵਾਰਾਂ ਨੂੰ ਜਿਹੜਾ ਕਿ ਰੁਜ਼ਗਾਰ ਨੇ ਦੇ ਰਹੇ ਨੇ। ਜਿਵੇਂ ਕਿ CM ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਕਿ ਪੰਜਾਬ ਦੀ ਮਿੱਟੀ ਨਾਲ ਜੋੜਿਆ ਜਾਵੇਗਾ, ਪੰਜਾਬ ਨਾਲ ਜੋੜਿਆ ਜਾਵੇਗਾ। ਜਿਹੜੇ ਨੌਜਵਾਨ ਬਾਹਰ ਨੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ। ਪਰ ਜੇਕਰ ਨੌਜਵਾਨ ਇੱਥੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਨੇ, ਕਿੱਤਾ ਕਰਨਾ ਚਾਹੁੰਦੇ ਨੇ, ਤਾਂ ਪੰਜਾਬ ਸਰਕਾਰ ਦੇ ਹੀ ਕੁਝ ਵਿਧਾਇਕ ਨੇ, ਕੁਝ MLA ਨੇ ਜਿਨ੍ਹਾਂ ਦੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਨੌਜਵਾਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਧੱਕੇ ਦੇ ਨਾਲ ਜਿਹੜੇ ਕਿ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ। ਤਾਂ ਹੁਣ ਦੇਖਣਾ ਹੋਏਗਾ ਕਿ CM ਸਾਹਿਬ ਕਦੋਂ ਇਹਦੇ ਵਿੱਚ ਇੰਟਰਫੇਅਰ ਕਰਕੇ ਤਾਂ MLA ਦੇ ਉੱਤੇ ਕੀ ਕਾਰਵਾਈ ਕਰਨਗੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ 'ਚ ਅਣਬਣ, ਜਾਦੂ ਟੋਣਾ, ਮਨਮੋਹਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਸੋਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਸੰਪਰਕ ਕਰੋ 9958635478।